ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਅਸੀਂ ਮਾਸਟਰ ਕੇਡਰ SST ਵਿੱਚ ਲੋਕ ਸਭਾ ਬਾਰੇ ਪੜ੍ਹਾਂਗੇ। ਲੋਕ ਸਭਾ ਦੇ ਆਰਟੀਕਲ, ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਅਤੇ ਵੱਖ-ਵੱਖ ਰਾਜਾਂ ਵਿੱਚ ਲੋਕ ਸਭਾ ਮੈਂਬਰਾਂ ਦੀਆਂ ਸੀਟਾਂ ਅਤੇ ਲੋਕ ਸਭਾ ਦੀਆਂ ਸ਼ਕਤੀਆਂ ਬਾਰੇ ਵਿਸਤਾਰ ਸਹਿਤ ਪੜ੍ਹਾਂਗੇ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਸਾਡੀ ਭਾਰਤੀ ਸੰਸਦ ਦੇ 3 ਅੰਗ ਹਨ: ਰਾਜ ਸਭਾ, ਲੋਕ ਸਭਾ ਅਤੇ ਰਾਸ਼ਟਰਪਤੀ। ਸੰਸਦ ਲਈ ਆਰਟੀਕਲ 79 ਹੈਗਾ। ਅੱਜ ਅਸੀਂ ਇਹਨਾਂ ਵਿੱਚੋਂ ਲੋਕ ਸਭਾ ਬਾਰੇ ਪੜ੍ਹਾਂਗੇ। ਰਾਸ਼ਟਰਪਤੀ ਬਾਰੇ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਪਹਿਲਾਂ ਵਾਲੀ ਵੀਡੀਓ 'ਚ, ਅਤੇ ਰਾਜ ਸਭਾ ਬਾਰੇ ਅੱਗੇ ਪੜ੍ਹਾਂਗੇ। ਅੱਜ ਅਸੀਂ ਲੋਕ ਸਭਾ ਬਾਰੇ ਪੜ੍ਹਾਂਗੇ ਜੋ ਆਰਟੀਕਲ 81 ਵਿੱਚ ਹੈ, ਅਤੇ 13 ਮਈ 1952 ਨੂੰ ਹੈ ਜਿਹੜੀ ਲੋਕ ਸਭਾ ਦੀ ਲੋਕ ਸਭਾ ਆਰਟੀਕਲ 81 ਅਤੇ ਸੰਵਿਧਾਨ ਦੇ ਭਾਗ 5 ਵਿੱਚ ਦਰਜ ਹੈ। ਲੋਕ ਸਭਾ ਜਿਹੜਾ ਸੰਸਦ ਦਾ ਹੇਠਲਾ ਸਦਨ ਹੈ ਜੋ ਭੰਗ ਹੋ ਸਕਦਾ ਹੈ। ਆਰੰਭ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਜਿਹੜੀ 500 ਸੀ। 1956 ਵਿੱਚ 7ਵੀਂ ਸੰਵਿਧਾਨ ਦੀ ਸੋਧ ਰਾਹੀਂ 520 ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਰਤੀ। 1963 ਵਿੱਚ 14ਵੀਂ ਸੋਧ ਰਾਹੀਂ 525 ਕਰਤੀ, ਅਤੇ 1973 ਵਿੱਚ 31ਵੀਂ ਸੋਧ ਰਾਹੀਂ 545 ਹੈ ਜਿਹੜੀ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਰਤੀ। 42ਵੀਂ ਸੋਧ 1976 ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 1971 ਦੀ ਜਨਗਣਨਾ ਦੇ ਆਧਾਰ 'ਤੇ ਕੀਤੀ ਗਈ ਸੀ, ਅਤੇ 84ਵੀਂ ਸੰਵਿਧਾਨ ਸੋਧ 2001 ਵਿੱਚ ਸੋਧ ਫਿਰ ਦੁਬਾਰਾ ਕੀਤੀ ਗਈ, ਤੋਂ ਜੋ ਹੁਣ 2026 ਤੱਕ ਭਾਰਤ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 545 ਹੀ ਰਹੇਗੀ, ਅਤੇ ਇਸ ਵਿੱਚ 2026 ਤੱਕ ਕੋਈ ਵੀ ਵਾਧਾ ਨਹੀਂ ਕੀਤਾ ਜਾ ਸਕਦਾ। ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ 552 ਹੋ ਸਕਦੇ ਹਨ, ਜੋ 530 ਰਾਜਾਂ ਵਿੱਚੋਂ ਆਉਂਦੇ ਹਨ ਅਤੇ 20 UT ਵਿੱਚੋਂ, ਅਤੇ ਪਲੱਸ 2 ਐਂਗਲੋ ਇੰਡੀਅਨ ਜੋ ਭਾਰਤ ਦਾ ਰਾਸ਼ਟਰਪਤੀ ਨਾਮਜ਼ਦ ਕਰਦਾ। ਪਰ ਹੁਣ 104 ਸੰਵਿਧਾਨ ਦੀ ਅਮੈਂਡਮੈਂਟ ਤਹਿਤ ਜਿਹੜਾ 2 ਐਂਗਲੋ ਇੰਡੀਅਨ ਨੂੰ ਸਮਾਪਤ ਕਰਤਾ। ਹੁਣ ਇਹਨਾਂ ਦੀ ਜਿਹੜੀ ਚੋਣ ਨਹੀਂ ਹੋਵੇਗੀ। ਆਰਟੀਕਲ 330 ਅਨੁਸੂਚਿਤ ਜਾਤੀਆਂ ਅਤੇ ST ਦੀਆਂ ਸੀਟਾਂ ਲਈ ਜਿਹੜਾ ਸੰਬੰਧਿਤ ਹੈ, ਅਤੇ ਭਾਰਤੀ ਲੋਕ ਸਭਾ ਵਿੱਚ 131 ਸੀਟਾਂ ਜਿਹੜੀਆਂ SC ਅਤੇ ST ਲਈ ਹਨ। SC ਲਈ 84 ਹਨ ਅਤੇ ST ਲਈ 47 ਹਨ। ਲੋਕ ਸਭਾ ਦਾ ਮੈਂਬਰ ਬਣਨ ਲਈ ਯੋਗਤਾਵਾਂ ਆਰਟੀਕਲ 184 ਅਨੁਸਾਰ ਲੋਕ ਸਭਾ ਦੇ ਮੈਂਬਰ ਦੀ ਜਿਹੜੀ ਏਜ 25 ਸਾਲ ਹੋਣੀ ਚਾਹੀਦੀ ਹੈ, ਅਤੇ ਉਹ ਭਾਰਤ ਦਾ ਜਿਹੜਾ ਨਾਗਰਿਕ ਹੋਣਾ ਚਾਹੀਦਾ ਹੈ। ਵਰਤਮਾਨ 17ਵੀਂ ਲੋਕ ਸਭਾ ਵਿੱਚ ਜਿਹੜੀ ਆ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 543 ਹੈ। ਐਕਟ 2019 ਅਮੈਂਡਮੈਂਟ 104 ਵਿੱਚ ਜਿਹੜਾ ਐਂਗਲੋ ਇੰਡੀਅਨ ਦੀਆਂ 2 ਸੀਟਾਂ ਨੂੰ ਜਿਹੜਾ ਖਤਮ ਕਰਤਾ। SC ਅਤੇ ST ਦੀਆਂ ਸੀਟਾਂ ਦਾ ਰਾਖਵਾਂਕਰਨ 2030 ਤੱਕ ਜਿਹੜਾ ਐਕਟ ਰਾਹੀਂ ਵਾਧਾ ਕਰਤਾ। ਆਰਟੀਕਲ 334 ਵਿੱਚ SC ਅਤੇ ST ਅਤੇ ਐਂਗਲੋ ਇੰਡੀਅਨ ਦੀਆਂ ਸੀਟਾਂ ਹਰ 10 ਸਾਲ ਤੱਕ ਜਿਹੜੀਆਂ ਵਧਾਈਆਂ ਜਾਂਦੀਆਂ ਸਨ, ਅਤੇ ਲੋਕ ਹੁਣ ਇਹ ਅਮੈਂਡਮੈਂਟ ਕਰਕੇ ਐਂਗਲੋ ਇੰਡੀਅਨ ਨੂੰ ਸਮਾਪਤ ਕਰਤਾ। ਪਰ SC ਅਤੇ ST ਦੀਆਂ ਜਿਹੜੀਆਂ ਸੀਟਾਂ ਨੂੰ 2030 ਤੱਕ ਵਧਾਤਾ। ਲੋਕ ਸਭਾ ਮੈਂਬਰਾਂ ਦੀ ਚੋਣ ਜਿਹੜੀ ਬਾਲਿੰਗ ਵੋਟ ਅਧਿਕਾਰ ਰਾਹੀਂ ਹੁੰਦੀ ਹੈ। ਕਹਿਣ ਦਾ ਮਤਲਬ ਲੋਕ ਸਭਾ ਦੇ ਮੈਂਬਰਾਂ ਨੂੰ ਜਿਹੜਾ ਵੋਟਾਂ ਦੁਆਰਾ ਚੁਣਿਆ ਜਾਂਦਾ ਹੈ। ਲੋਕ ਸਭਾ ਦਾ ਮੈਂਬਰ 2 ਹਲਕਿਆਂ ਤੋਂ ਚੋਣ ਲੜ ਸਕਦਾ ਹੈ, ਪਰ ਉਸ ਤੋਂ ਬਾਅਦ ਉਸ ਨੂੰ ਇੱਕ ਹਲਕੇ ਤੋਂ, ਜੇ ਉਹ ਦੋਨਾਂ ਹਲਕਿਆਂ ਤੋਂ ਜਿੱਤ ਕੇ ਆਉਂਦਾ ਤਾਂ ਉਸ ਨੂੰ ਇੱਕ ਹਲਕੇ ਤੋਂ ਆਪਣਾ ਅਸਤੀਫਾ ਦੇਣਾ ਪੈਂਦਾ ਹੈ। ਕਾਰਜਕਾਲ 83 ਆਰਟੀਕਲ 83(2) ਵਿੱਚ ਲੋਕ ਸਭਾ ਦੇ ਮੈਂਬਰ ਦਾ ਕਾਰਜਕਾਲ 5 ਸਾਲ ਹੁੰਦਾ ਹੈ,
ਪਰ ਇਸ ਨੂੰ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ। ਆਰਟੀਕਲ 85 ਵਿੱਚ ਲਿਖਿਆ ਗਿਆ ਸਮੇਂ ਤੋਂ ਪਹਿਲਾਂ ਵੀ ਜਿਹੜੀ ਲੋਕ ਸਭਾ ਨੂੰ ਰਾਸ਼ਟਰਪਤੀ ਭੰਗ ਕਰ ਸਕਦਾ ਹੈ। ਹੁਣ ਤੱਕ 1970, 1979, 1991, 1999 ਅਤੇ 2000 ਵਿੱਚ ਜਿਹੜੀ ਹੈ ਰਾਸ਼ਟਰਪਤੀ ਨੇ ਸਮੇਂ ਤੋਂ ਪਹਿਲਾਂ ਹੀ ਜਿਹੜੇ ਲੋਕ ਸਭਾ ਨੂੰ ਭੰਗ ਕਰਤਾ ਸੀ। ਰਾਸ਼ਟਰਪਤੀ ਆਪਾਤਕਾਲ ਦੌਰਾਨ ਲੋਕ ਸਭਾ ਦਾ ਸਮਾਂ ਜਿਹੜਾ 1 ਸਾਲ ਤੱਕ ਵਧਾ ਸਕਦਾ। 42ਵੀਂ ਸੰਵਿਧਾਨ ਸੋਧ ਵਿੱਚ ਜਿਹੜਾ ਲੋਕ ਸਭਾ ਦਾ ਕਾਰਜਕਾਲ 6 ਸਾਲ ਕਰਤਾ ਸੀ, ਪਰ 44ਵੀਂ ਸੋਧ 1978 ਵਿੱਚ ਫਿਰ ਇਸ ਨੂੰ ਜਿਹੜਾ ਦੁਬਾਰਾ 5 ਸਾਲ ਕਰਤਾ ਸੀ। ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਵਾਲਾ ਰਾਜ ਉੱਤਰ ਪ੍ਰਦੇਸ਼ ਹੈ, ਜਿੱਥੇ 80 ਸੀਟਾਂ ਲੋਕ ਸਭਾ ਦੇ ਮੈਂਬਰਾਂ ਦੀਆਂ ਹਨ। ਲੋਕ ਸਭਾ ਦਾ ਸਪੀਕਰ ਆਰਟੀਕਲ 93 ਅਨੁਸਾਰ ਇੱਕ ਲੋਕ ਸਭਾ ਦਾ ਸਪੀਕਰ ਹੋਵੇਗਾ। ਲੋਕ ਸਭਾ ਦਾ ਪਹਿਲਾ ਸਪੀਕਰ ਗਣੇਸ਼ ਵਾਸੂਦੇਵ ਮਾਵਲੰਕਰ ਸੀ ਅਤੇ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਮੀਰਾ ਕੁਮਾਰੀ ਸੀ ਅਤੇ ਹੁਣ ਵਰਤਮਾਨ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਓਮ ਬਿਰਲਾ ਜੀ ਹਨ। ਆਰਟੀਕਲ 94 ਵਿੱਚ ਸਪੀਕਰ ਜਿਹੜਾ ਆਪਣਾ ਤਿਆਗ ਪੱਤਰ ਡਿਪਟੀ ਸਪੀਕਰ ਨੂੰ ਦਿੰਦਾ ਹੈ। ਨਵੀਂ ਲੋਕ ਸਭਾ ਦੇ ਗਠਨ ਤੱਕ ਜਿਹੜਾ ਸਪੀਕਰ ਆਪਣੇ ਅਹੁਦੇ 'ਤੇ ਰਹਿੰਦਾ ਹੈ। ਜਦੋਂ ਤੱਕ ਲੋਕ ਸਭਾ ਦਾ ਦੁਬਾਰਾ ਡਿਪਟੀ ਸਪੀਕਰ ਨਾ ਚੁਣਿਆ ਜਾਵੇ, ਉਦੋਂ ਤੱਕ ਜਿਹੜਾ ਪੁਰਾਣਾ ਸਪੀਕਰ ਜਿਹੜਾ ਕੰਮ ਕਰਦਾ ਹੈ। ਸਪੀਕਰ ਨੂੰ 2/3 ਬਹੁਮਤ ਨਾਲ ਹਟਾਇਆ ਵੀ ਜਾ ਸਕਦਾ ਹੈ। 14 ਦਿਨ ਪਹਿਲਾਂ ਇਹ ਸਪੀਕਰ ਨੂੰ ਦੱਸਣਾ ਪੈਂਦਾ ਹੈ। GV ਮਾਵਲੰਕਰ, ਹੁਕਮਦੇਵ, ਬਿਰਲਾਮ ਜਾਖੜ ਸਪੀਕਰਾਂ ਨੂੰ ਅਹੁਦੇ ਤੋਂ ਹਟਾਉਣ ਦਾ ਜਿਹੜਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਪਰ ਇਹ ਲੋਕ ਸਭਾ ਦੇ ਵਿੱਚ ਜਿਹੜਾ ਪਾਸ ਨਹੀਂ ਹੋ ਸਕਿਆ। ਆਰਟੀਕਲ 96 ਜਦੋਂ ਸਪੀਕਰ ਨੂੰ ਹਟਾਉਣ ਦਾ ਵਿਚਾਰ ਚੱਲ ਰਿਹਾ ਹੋਵੇ ਤਾਂ ਉਦੋਂ ਤੱਕ ਸਪੀਕਰ ਜਿਹੜਾ ਆਪਣੇ ਅਹੁਦੇ 'ਤੇ ਕੰਮ ਨਹੀਂ ਕਰੇਗਾ, ਪਰ ਲੋਕ ਸਭਾ ਦੀ ਕਾਰਵਾਈ ਵਿੱਚ ਉਹ ਭਾਗ ਲੈ ਸਕਦਾ। ਲੋਕ ਸਭਾ ਦੇ ਸਪੀਕਰ ਦੇ ਕੰਮ। ਲੋਕ ਸਭਾ ਦਾ ਸਪੀਕਰ ਹੈ ਜਿਹੜਾ ਸਦਨ ਦੀਆਂ ਬੈਠਕਾਂ ਦੀ ਜਿਹੜੀ ਪ੍ਰਧਾਨਗੀ ਕਰਦਾ ਅਤੇ ਕਾਰਵਾਈ ਦਾ ਜਿਹੜਾ ਸੰਚਾਲਨ ਕਰਦਾ। ਜੇ ਲੋਕ ਸਭਾ ਦਾ ਕੋਰਮ ਪੂਰਾ ਨਾ ਹੋਵੇ ਤਾਂ ਸਦਨ ਦੀ ਕਾਰਵਾਈ ਨੂੰ ਜਿਹੜਾ ਲੋਕ ਸਭਾ ਦਾ ਸਪੀਕਰ ਮੁਲਤਵੀ ਕਰ ਸਕਦਾ ਹੈ। ਆਰਟੀਕਲ 100 ਸੈਕਸ਼ਨ 4 ਵਿੱਚ ਦੱਸਿਆ ਗਿਆ ਹੈ। ਸੰਯੁਕਤ ਬੈਠਕ ਦੀ ਪ੍ਰਧਾਨਗੀ ਜਿਹੜਾ ਲੋਕ ਸਭਾ ਦਾ ਸਪੀਕਰ ਕਰਦਾ ਹੈ। ਆਰਟੀਕਲ 118 ਦੇ ਭਾਗ 4 ਵਿੱਚ ਦੱਸਿਆ ਗਿਆ ਹੈ। ਕੋਈ ਵੀ ਬਿੱਲ ਧਨ ਬਿੱਲ ਜਾਂ ਨਹੀਂ ਹੈ ਜਾਂ ਹੈ, ਇਸ ਦਾ ਫੈਸਲਾ ਜਿਹੜਾ ਸਪੀਕਰ ਕਰਦਾ। ਨਿਰਣਾਇਕ ਵੋਟ ਦਾ ਅਧਿਕਾਰ ਵੀ ਸਪੀਕਰ ਨੂੰ ਹੈ। ਆਰਟੀਕਲ 101 ਵਿੱਚ ਦੱਸਿਆ ਗਿਆ ਹੈ ਜਦੋਂ ਲੋਕ ਸਭਾ ਦੇ ਮੈਂਬਰਾਂ ਦੀਆਂ ਸਾਰਿਆਂ ਦੀਆਂ ਵੋਟਾਂ ਬਰਾਬਰ ਹੋ ਜਾਣ ਤਾਂ ਲੋਕ ਸਭਾ ਦਾ ਸਪੀਕਰ ਇੱਕ ਨਿਰਣਾਇਕ ਵੋਟ ਪਾ ਸਕਦਾ ਹੈ। ਲੋਕ ਸਭਾ ਦੀਆਂ ਸੰਸਦੀ ਸਮਿਤੀਆਂ ਦਾ ਜਿਹੜਾ ਪ੍ਰਧਾਨਾਂ ਦੀ ਨਿਯੁਕਤੀ ਵੀ ਜਿਹੜਾ ਸਪੀਕਰ ਕਰਦਾ ਹੈ। ਦਲ ਬਦਲਣ ਵਾਲੇ ਮੈਂਬਰਾਂ ਉੱਪਰ ਵੀ ਜਿਹੜਾ ਫੈਸਲਾ ਲੋਕ ਸਭਾ ਦਾ ਸਪੀਕਰ ਹੀ ਕਰਦਾ ਹੈ। ਲੋਕ ਸਭਾ ਦਾ ਡਿਪਟੀ ਸਪੀਕਰ। ਆਰਟੀਕਲ 93 ਦੇ ਅਨੁਸਾਰ ਲੋਕ ਸਭਾ ਦਾ ਇੱਕ ਡਿਪਟੀ ਸਪੀਕਰ ਹੋਵੇਗਾ ਜਿਸ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਸੈਕਟਰੀਏਟ ਬਜਟ ਕਮੇਟੀ ਦਾ ਜਿਹੜਾ ਡਿਪਟੀ ਸਪੀਕਰ ਪ੍ਰਧਾਨ ਹੁੰਦਾ ਹੈ। ਡਿਪਟੀ ਸਪੀਕਰ ਨੂੰ ਹਟਾਇਆ ਵੀ ਜਾ ਸਕਦਾ ਹੈ। ਆਰਟੀਕਲ 94 ਦੇ ਵਿੱਚ ਦੱਸਿਆ ਗਿਆ ਹੈ। ਪਹਿਲਾ ਡਿਪਟੀ ਸਪੀਕਰ M ਅਨੈਤ ਸੈਨਮ ਆਈਗਰ ਸੀ। ਆਰਟੀਕਲ 97 ਸਪੀਕਰ ਅਤੇ ਡਿਪਟੀ ਸਪੀਕਰ ਦੀਆਂ ਤਨਖਾਹਾਂ ਅਤੇ ਭੱਤੇ ਜਿਹੜਾ ਭਾਰਤ ਦੀ ਸੰਚਿਤ ਨਿਧੀ ਤੋਂ ਮਿਲਦੇ ਹਨ, ਪਰ ਹੁਣ ਜਿਹੜੀ ਵਰਤਮਾਨ ਲੋਕ ਸਭਾ ਚੱਲ ਰਹੀ ਹੈ ਉਸ ਵਿੱਚ ਲੋਕ ਸਭਾ ਦਾ ਡਿਪਟੀ ਸਪੀਕਰ ਬਣਾਇਆ ਨਹੀਂ ਗਿਆ। ਲੋਕ ਸਭਾ ਵਿੱਚ ਇੱਕ ਵਿਰੋਧੀ ਦਲ ਦਾ ਨੇਤਾ ਹੁੰਦਾ ਹੈ, ਪਰ ਇਹ ਪਹਿਲਾਂ ਮੂਲ ਸੰਵਿਧਾਨ ਵਿੱਚ ਇਸ ਵਿਰੋਧੀ ਦਲ ਦੇ ਨੇਤਾ ਦੀ ਵਿਵਸਥਾ ਨਹੀਂ ਸੀ, ਪਰ 1971 ਵਿੱਚ ਸੰਸਦ ਨੇ ਕਾਨੂੰਨ ਬਣਾਇਆ
ਤੇ ਵਿਰੋਧੀ ਦਲ ਦੇ ਨੇਤਾ ਦੀ ਜਿਹੜੀ ਭੂਮਿਕਾ ਨੂੰ ਪੈਦਾ ਕੀਤਾ। ਵਿਰੋਧੀ ਦਲ ਦੇ ਨੇਤਾ ਦਾ ਦਰਜਾ ਜਿਹੜਾ ਕੈਬਨਿਟ ਮੰਤਰੀਆਂ ਦੇ ਬਰਾਬਰ ਹੁੰਦਾ ਹੈ। ਪਰ ਹੁਣ ਵਾਲੀ ਵਰਤਮਾਨ ਲੋਕ ਸਭਾ ਵਿੱਚ ਜਿਹੜਾ ਵਿਰੋਧੀ ਦਲ ਦਾ ਨੇਤਾ ਕੋਈ ਵੀ ਨਹੀਂ, ਪਰ ਵਿਰੋਧੀ ਦਲ ਦਾ ਨੇਤਾ ਬਣਨ ਲਈ ਦੂਸਰੀ ਪਾਰਟੀ ਨੂੰ 55 ਸੀਟਾਂ ਹਾਸਲ ਕਰਨੀਆਂ ਜ਼ਰੂਰੀ ਹਨ। ਕਹਿਣ ਦਾ ਮਤਲਬ 10% ਸੀਟਾਂ ਲੈਣੀਆਂ ਦੂਸਰੀ ਪਾਰਟੀ ਲਈ ਜ਼ਰੂਰੀ ਹੁੰਦਾ ਹੈ, ਫਿਰ ਹੀ ਉਹ ਵਿਰੋਧੀ ਦਲ ਦਾ ਨੇਤਾ ਉਹਨਾਂ ਵਿੱਚੋਂ ਕੋਈ ਬਣ। ਲੋਕ ਸਭਾ ਦਾ ਇੱਕ ਜਨਰਲ ਸੈਕਟਰੀ ਹੁੰਦਾ ਹੈ। ਆਰਟੀਕਲ 98 ਵਿੱਚ ਦੱਸਿਆ ਗਿਆ ਹੈ ਜਨਰਲ ਸੈਕਟਰੀ ਦਾ ਕਾਰਜਕਾਲ ਜਿਹੜਾ 60 ਸਾਲ ਹੁੰਦਾ ਹੈ। 60 ਸਾਲ ਦੀ ਉਮਰ ਤੱਕ ਉਹ ਕੰਮ ਕਰਦਾ। ਤਾਂ ਵਰਤਮਾਨ ਜਨਰਲ ਸੈਕਟਰੀ ਜਿਹੜਾ ਉਤਪਲ ਕੁਮਾਰ ਸਿੰਘ ਹਨ, ਜੋ ਸੰਸਦੀ ਕਾਰਜਾਂ ਵਿੱਚ ਮਦਦ ਕਰਦਾ ਹੈ ਅਤੇ ਰਾਸ਼ਟਰਪਤੀ ਵੱਲੋਂ ਲੋਕ ਸਭਾ ਦੇ ਮੈਂਬਰਾਂ ਨੂੰ ਸਦਨ ਵਿੱਚ ਆਉਣ ਲਈ ਜਿਹੜਾ ਸੱਦਾ ਪੱਤਰ ਦਿੰਦਾ। ਲੋਕ ਸਭਾ ਅਤੇ ਰਾਜ ਦੀਆਂ ਵੱਖ-ਵੱਖ ਸਟੇਟਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ ਸੀਟਾਂ ਬਾਰੇ ਅਸੀਂ ਪੜ੍ਹਾਂਗੇ। ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 80 ਸੀਟਾਂ ਹਨ ਅਤੇ ਰਾਜ ਸਭਾ ਦੀਆਂ 31 ਸੀਟਾਂ ਹਨ। ਮੱਧ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 29 ਅਤੇ ਰਾਜ ਸਭਾ ਦੀਆਂ 11 ਸੀਟਾਂ ਹਨ। ਤੇਲੰਗਾਨਾ ਵਿੱਚ ਲੋਕ ਸਭਾ ਦੀਆਂ 17 ਅਤੇ ਰਾਜ ਸਭਾ ਦੀਆਂ 7 ਸੀਟਾਂ ਹਨ। ਆਂਧਰਾ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 25 ਅਤੇ ਰਾਜ ਸਭਾ ਦੀਆਂ 11 ਸੀਟਾਂ ਹਨ। ਬਿਹਾਰ ਦੇ ਵਿੱਚ ਲੋਕ ਸਭਾ ਦੀਆਂ 40 ਅਤੇ ਰਾਜ ਸਭਾ ਦੀਆਂ 16 ਸੀਟਾਂ ਹਨ। ਪੱਛਮੀ ਬੰਗਾਲ ਵਿੱਚ ਲੋਕ ਸਭਾ ਦੀਆਂ 42 ਅਤੇ ਰਾਜ ਸਭਾ ਦੀਆਂ 16 ਸੀਟਾਂ ਹਨ। ਗੁਜਰਾਤ ਦੇ ਵਿੱਚ ਲੋਕ ਸਭਾ ਦੀਆਂ 26 ਅਤੇ ਰਾਜ ਸਭਾ ਦੀਆਂ 11 ਸੀਟਾਂ ਹਨ। ਰਾਜਸਥਾਨ ਦੇ ਵਿੱਚ ਲੋਕ ਸਭਾ ਦੀਆਂ 25 ਅਤੇ ਰਾਜ ਸਭਾ ਦੀਆਂ 10 ਸੀਟਾਂ ਹਨ। ਕੇਰਲਾ ਦੇ ਵਿੱਚ ਲੋਕ ਸਭਾ ਦੀਆਂ 20 ਅਤੇ ਰਾਜ ਸਭਾ ਦੀਆਂ 9। ਕਰਨਾਟਕਾ ਵਿੱਚ ਲੋਕ ਸਭਾ ਦੀਆਂ 28 ਅਤੇ ਰਾਜ ਸਭਾ ਦੀਆਂ 12 ਸੀਟਾਂ ਹਨ। ਉੜੀਸਾ ਦੇ ਵਿੱਚ 21 ਅਤੇ ਰਾਜ ਸਭਾ ਦੀਆਂ 10 ਸੀਟਾਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ 4 ਅਤੇ ਰਾਜ ਸਭਾ ਦੀਆਂ 3 ਸੀਟਾਂ ਹਨ। ਤਮਿਲਨਾਡੂ ਵਿੱਚ ਲੋਕ ਸਭਾ ਦੀਆਂ 39 ਅਤੇ ਰਾਜ ਸਭਾ ਦੀਆਂ 18। ਮਹਾਰਾਸ਼ਟਰ ਵਿੱਚ ਲੋਕ ਸਭਾ ਦੀਆਂ 48, ਰਾਜ ਸਭਾ ਦੀਆਂ 19 ਸੀਟਾਂ ਹਨ। ਪੰਜਾਬ ਵਿੱਚ ਲੋਕ ਸਭਾ ਦੀਆਂ 13 ਅਤੇ ਰਾਜ ਸਭਾ ਦੀਆਂ 7 ਸੀਟਾਂ ਹਨ। ਹਰਿਆਣਾ ਦੇ ਵਿੱਚ ਲੋਕ ਸਭਾ ਦੀਆਂ 10 ਅਤੇ ਰਾਜ ਸਭਾ ਦੀਆਂ 5 ਸੀਟਾਂ ਹਨ। ਅਸਾਮ ਵਿੱਚ 14 ਅਤੇ ਰਾਜ ਸਭਾ ਦੀਆਂ 7। ਛੱਤੀਸਗੜ੍ਹ ਵਿੱਚ ਲੋਕ ਸਭਾ ਦੀਆਂ 11 ਅਤੇ ਰਾਜ ਸਭਾ ਦੀਆਂ 5। ਉੱਤਰਾਖੰਡ ਵਿੱਚ ਲੋਕ ਸਭਾ ਦੀਆਂ 5 ਅਤੇ ਰਾਜ ਸਭਾ ਦੀਆਂ 3 ਸੀਟਾਂ ਹਨ। ਝਾਰਖੰਡ ਵਿੱਚ ਲੋਕ ਸਭਾ ਦੀਆਂ 14 ਅਤੇ ਰਾਜ ਸਭਾ ਦੀਆਂ 6 ਸੀਟਾਂ ਹਨ। ਮੇਘਾਲਿਆ ਦੇ ਵਿੱਚ 2 ਅਤੇ ਰਾਜ ਸਭਾ ਦੀਆਂ 1। ਤ੍ਰਿਪੁਰਾ ਵਿੱਚ ਲੋਕ ਸਭਾ ਦੀਆਂ 2 ਅਤੇ ਰਾਜ ਸਭਾ ਦੀ 1। ਮਣੀਪੁਰ ਦੇ ਵਿੱਚ 2 ਆ ਅਤੇ ਰਾਜ ਸਭਾ 'ਚ 1। ਨਾਗਾਲੈਂਡ ਦੇ ਵਿੱਚ ਲੋਕ ਸਭਾ ਦੀ ਵੀ 1 ਅਤੇ ਰਾਜ ਸਭਾ ਦੀ ਵੀ 1। ਸਿੱਕਮ ਦੇ ਵਿੱਚ ਵੀ 1-1 ਸੀਟ ਹਨ ਅਤੇ ਮਿਜ਼ੋਰਮ ਦੇ ਵਿੱਚ ਵੀ 1-1 ਸੀਟਾਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ 2 ਆ ਲੋਕ ਸਭਾ ਦੀਆਂ ਅਤੇ ਰਾਜ ਸਭਾ ਦੀ 1। ਗੋਆ ਦੇ ਵਿੱਚ ਵੀ 2 ਆ ਲੋਕ ਸਭਾ ਦੀਆਂ ਅਤੇ ਰਾਜ ਸਭਾ ਦੇ ਵਿੱਚ 1। ਦਿੱਲੀ UT ਆ, ਇੱਥੇ ਲੋਕ ਸਭਾ ਦੀਆਂ 7 ਅਤੇ ਰਾਜ ਸਭਾ ਦੀਆਂ 3 ਸੀਟਾਂ। ਪਾਂਡੀਚੇਰੀ ਇੱਥੇ ਲੋਕ ਸਭਾ ਦੀ 1 ਸੀਟ ਆ, ਰਾਜ ਸਭਾ ਦੀ ਕੋਈ ਨਹੀਂ। ਜੰਮੂ ਕਸ਼ਮੀਰ ਦੇ ਵਿੱਚ 5 ਆ ਲੋਕ ਸਭਾ ਦੀਆਂ ਅਤੇ ਰਾਜ ਸਭਾ ਦੀਆਂ 4 ਸੀਟਾਂ। ਦਾਦਰ ਨਗਰ ਅਤੇ ਦਮਨ ਦੀਊ ਦੇ ਵਿੱਚ 2 ਸੀਟਾਂ ਹਨ ਲੋਕ ਸਭਾ ਦੀਆਂ। ਚੰਡੀਗੜ੍ਹ ਦੇ ਵਿੱਚ 1 ਆ ਲੋਕ ਸਭਾ ਦੀ ਸੀਟ। ਲੱਦਾਖ ਦੇ ਵਿੱਚ ਵੀ 1 ਆ ਲੋਕ ਸਭਾ ਦੀ ਸੀਟ ਅਤੇ ਲਕਸ਼ਦੀਪ ਦੇ ਵਿੱਚ ਵੀ 1 ਲੋਕ ਸਭਾ ਦੀ ਸੀਟ। ਅੰਡੇਮਾਨ ਨਿਕੋਬਾਰ UT ਵਿੱਚ ਵੀ 1 ਆ ਲੋਕ ਸਭਾ ਦੀ ਸੀਟ। ਲੋਕ ਸਭਾ ਦੀਆਂ ਸ਼ਕਤੀਆਂ ਬਾਰੇ ਅਸੀਂ ਅਗਲੀ ਵੀਡੀਓ ਵਿੱਚ ਪੜ੍ਹਾਂਗੇ। ਧੰਨਵਾਦ ਜੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।